मेरे बहुत ही प्यारे विद्यार्थियों, ਅੱਜ ਦੇ ਇਸ ਸੈਸ਼ਨ ਵਿੱਚ मैं आप सब ਲਈ 10ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੇ ਭੂਗੋਲ ਭਾਗ ਪਿਛਲੇ 6ਵੇਂ ਪਾਠ ਭੂਮੀ ਵਰਤੋਂ ਅਤੇ ਖੇਤੀਬਾੜੀ ਦਾ ਭਾਗ 3 ਲੈ ਕੇ ਹਾਜ਼ਰ ਹੋਇਆ ਹਾਂ। ਮੈਂ ਹਾਂ ਤੁਹਾਡਾ ਆਪਣਾ ਦਵਿੰਦਰ ਸ਼ਰਮਾ, ਸਮਾਜਿਕ ਵਿਗਿਆਨ ਅਧਿਆਪਕ ਜ਼ਿਲ੍ਹਾ ਕਪੂਰਥਲਾ ਤੋਂ। ਵਿਦਿਆਰਥੀਓ, ਅੱਜ ਦੇ ਇਸ ਸੈਸ਼ਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਕੁਝ ਕੁਐਸਚਨਸ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ। ਤੁਸੀਂ ਇਹਨਾਂ ਕੁਐਸਚਨਸ ਨੂੰ ਨੋਟ ਕਰ ਲੈਣਾ ਹੈ ਜਾਂ ਇਹਨਾਂ ਦੀ ਪਿਕਚਰ ਕਲਿੱਕ ਕਰ ਲੈਣੀ ਹੈ, ਕਿਉਂਕਿ ਅੱਜ ਦਾ ਇਹ ਸਾਰਾ ਸੈਸ਼ਨ ਇਹਨਾਂ ਕੁਐਸਚਨਸ ਦੇ ਇਰਦ-ਗਿਰਦ ਹੀ ਘੁੰਮੇਗਾ ਅਤੇ ਤੁਸੀਂ ਇਸ ਵੀਡੀਓ ਨੂੰ ਅਖੀਰ ਤੱਕ ਦੇਖਣਾ ਹੈ, ਕਿਉਂਕਿ ਇਸ ਸੈਸ਼ਨ ਵਿੱਚ ਇਹਨਾਂ ਸਭ ਕੁਐਸਚਨ ਦੇ ਆਨਸਰ ਸਾਂਝੇ ਕੀਤੇ ਜਾਣਗੇ ਅਤੇ ਅਖੀਰ ਵਿੱਚ ਇਹਨਾਂ ਦੇ ਉੱਤਰ ਵੀ ਦਿੱਤੇ ਜਾਣਗੇ। ਤਾਂ ਚਲੋ ਬੱਚਿਓ, ਸ਼ੁਰੂ ਕਰਦੇ ਹਾਂ ਅੱਜ ਦਾ ਇਹ ਸੈਸ਼ਨ, ਜਿਸ ਵਿੱਚ ਅਸੀਂ ਮੋٹے ਅਨਾਜਾਂ ਬਾਰੇ ਗੱਲ ਕਰਾਂਗੇ। ਮੋٹے ਅਨਾਜ ਬੱਚਿਓ, ਸ਼ਾਇਦ ਇਹ ਸ਼ਬਦ ਤੁਸੀਂ ਪਹਿਲਾਂ ਸੁਣਿਆ ਹੋਵੇਗਾ। ਮੋٹے ਅਨਾਜ ਅਸੀਂ ਕਿਹਨਾਂ ਨੂੰ ਕਹਿੰਦੇ ਹਾਂ? ਜਵਾਰ, ਬਾਜਰਾ, ਗੁਆਰਾ, ਮੱਕੀ। ਇਹ ਬੱਚਿਓ ਜੋ ਅਨਾਜ ਹਨ, ਇਹਨਾਂ ਅਨਾਜਾਂ ਨੂੰ ਅਸੀਂ ਮੋٹے ਅਨਾਜ ਕਹਿੰਦੇ ਹਾਂ ਔਰ ਇਹ ਸਾਉਣੀ ਦੀ ਫਸਲ ਵਿੱਚ ਬੀਜੇ ਜਾਂਦੇ ਹਨ। ਜਵਾਰ ਤੇ ਬਾਜਰਾ ਅਕਸਰ ਭਾਰਤ ਦੇ ਖੁਸ਼ਕ ਭਾਗਾਂ ਵਿੱਚ ਪੈਦਾ ਕੀਤੇ ਜਾਂਦੇ ਹਨ। ਬਾਜਰਾ ਮਹਾਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ ਅਤੇ ਗੁਜਰਾਤ ਦੇ ਵਰਖਾ ਓਟ ਵਾਲੇ ਖੇਤਰਾਂ ਅਤੇ ਰਾਜਸਥਾਨ ਦੇ ਘੱਟ ਵਰਖਾ ਵਾਲੇ ਖੁਸ਼ਕ ਖੇਤਰਾਂ ਵਿੱਚ ਜ਼ਿਆਦਾਤਰ ਬੀਜਿਆ ਜਾਂਦਾ ਹੈ। ਇਹਨਾਂ ਤੋਂ ਬਿਨਾਂ ਇਹ ਉੱਤਰ ਪ੍ਰਦੇਸ਼ ਵਿੱਚ ਝਾਂਸੀ, ਜਲੌਨ, ਹਮੀਰਪੁਰ ਆਦਿ ਜ਼ਿਲ੍ਹਿਆਂ ਵਿੱਚ ਵੀ ਪੈਦਾ ਕੀਤਾ ਜਾਂਦਾ ਹੈ। ਜਵਾਰ ਮੁੱਖ ਤੌਰ ਤੇ ਕਰਨਾਟਕ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਪੈਦਾ ਹੁੰਦੀ ਹੈ। ਪੰਜਾਬ ਵਿੱਚ ਪਹਿਲਾਂ ਜਵਾਰ ਅਤੇ ਬਾਜਰਾ ਤੇ ਗੁਆਰਾ ਜਿਹੇ ਮੋٹے ਅਨਾਜ ਕਾਫੀ ਮਾਤਰਾ ਵਿੱਚ ਪੈਦਾ ਹੁੰਦੇ ਸਨ। ਸੋ ਬੱਚਿਓ, ਤੁਹਾਡੇ ਮਨ ਵਿੱਚ ਇਹ ਸਵਾਲ ਉੱਠਦਾ ਹੋਵੇਗਾ ਕਿ ਬਾਜਰਾ ਜਾਂ ਜਵਾਰ ਇਹ ਕੀ ਹੁੰਦਾ ਹੋਵੇਗਾ। ਸੋ ਬੱਚਿਓ, ਤੁਸੀਂ ਇਸ ਵੀਡੀਓ ਰਾਹੀਂ ਦੇਖ ਸਕਦੇ ਹੋ, ਇਹ ਹੈ ਜਵਾਰ। ਲਓ ਬੱਚਿਓ, ਇਸ ਨੂੰ ਧਿਆਨ ਨਾਲ ਦੇਖ ਲਓ, ਤੁਹਾਨੂੰ ਪਤਾ ਚੱਲ ਜਾਏਗਾ ਕਿ ਆਪਾਂ ਕਿਸ ਫਸਲ ਦੀ ਗੱਲ ਕਰ ਰਹੇ ਹਾਂ। ਔਰ ਬੱਚਿਓ, ਇਹਨਾਂ ਦੇ ਸਿਰੇ ਉੱਪਰ ਜੋ ਤੁਹਾਨੂੰ ਇੱਕ ਫੁੱਲ ਵਰਗਾ ਦਿਸ ਰਿਹਾ ਹੈ, ਇਹੀ ਉਹ ਅਨਾਜ ਹੈ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ। ਪਰੰਤੂ ਸਿੰਜਾਈ ਦੀਆਂ ਸਹੂਲਤਾਂ ਦੇ ਫੈਲਣ ਤੋਂ ਬਾਅਦ ਇੱਥੋਂ ਦੇ ਕਿਸਾਨਾਂ ਨੇ ਘੱਟ ਉਪਜ ਦੇਣ ਵਾਲੇ ਮੋٹے ਅਨਾਜਾਂ ਨੂੰ ਛੱਡ ਕੇ ਕਣਕ ਅਤੇ ਚਾਵਲ ਜਿਹੀਆਂ ਵੱਧ ਉਪਜ ਦੇਣ ਵਾਲੀਆਂ ਖਾਦ ਫਸਲਾਂ ਨੂੰ ਅਪਣਾ ਲਿਆ ਹੈ। ਸੋ ਬੱਚਿਓ, ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਕਿ ਪਹਿਲਾਂ ਤਾਂ ਪੰਜਾਬ ਦੇ ਵਿੱਚ ਇਹ ਫਸਲਾਂ ਬੀਜੀਆਂ ਜਾਂਦੀਆਂ ਸਨ, ਪਰੰਤੂ ਹਰੀ ਕ੍ਰਾਂਤੀ ਅਤੇ ਸਿੰਜਾਈ ਦੇ ਸਾਧਨਾਂ ਦੇ ਵਿਕਾਸ ਕਰਕੇ ਅਸੀਂ ਇਹਨਾਂ ਫਸਲਾਂ ਨੂੰ ਛੱਡ ਕੇ ਹੁਣ ਕਣਕ ਅਤੇ ਚਾਵਲ ਜਿਹੀਆਂ ਫਸਲਾਂ ਨੂੰ ਅਪਣਾ ਲਿਆ ਹੈ, ਕਿਉਂਕਿ ਇਹ ਦੋਨੋਂ ਫਸਲਾਂ ਵੱਧ ਉਤਪਾਦਨ ਕਾਰਨ ਸਾਡੇ ਲਈ ਲਾਭਦਾਇਕ ਵੀ ਹਨ। ਸੋ ਇਸ ਕਰਕੇ ਬਾਜਰਾ ਵਰਗੀਆਂ ਫਸਲਾਂ ਹੇਠ ਬੀਜੇ ਗਏ ਰਕਬੇ ਵਿੱਚ ਪਿਛਲੇ ਸਾਲਾਂ ਦੌਰਾਨ ਭਾਰੀ ਗਿਰਾਵਟ ਆਈ ਹੈ। ਪੰਜਾਬ ਵਿੱਚ 1960-61 ਵਿੱਚ 1,23,000 ਹੈਕਟੇਅਰ ਜ਼ਮੀਨ ਤੇ ਬਾਜਰਾ ਬੀਜਿਆ ਗਿਆ ਸੀ, ਜੋ ਕਿ 1994-95 ਵਿੱਚ ਘਟ ਕੇ 9,000 ਹੈਕਟੇਅਰ ਹੀ ਰਹਿ ਗਿਆ ਹੈ। ਸੋ ਬੱਚਿਓ, ਤੁਸੀਂ ਅੰਤਰ ਦੇਖ ਸਕਦੇ ਹੋ ਕਿ 1,23,000 ਹੈਕਟੇਅਰ ਤੋਂ ਘਟ ਕੇ 9,000 ਹੈਕਟੇਅਰ ਸਿਰਫ ਰਹਿ ਗਿਆ ਹੈ। ਸੋ ਇਸ ਤਰ੍ਹਾਂ ਅਸੀਂ ਕੀ ਦੇਖਦੇ ਹਾਂ ਕਿ ਪੰਜਾਬ ਵਿੱਚ ਬਾਜਰੇ ਹੇਠ ਜੋ ਰਕਬਾ ਹੈ, ਉਸ ਵਿੱਚ 1400% ਦੀ ਘਾਟ ਆਈ ਹੈ। ਸੋ ਇਸ ਤਰ੍ਹਾਂ ਜਵਾਰ ਦਾ ਖੇਤਰਫਲ ਵੀ 6,000 ਹੈਕਟੇਅਰ ਤੋਂ ਘਟ ਕੇ ਸਿਰਫ 500 ਹੈਕਟੇਅਰ ਤੋਂ ਵੀ ਘੱਟ ਰਹਿ ਗਿਆ ਹੈ।
ਸਾਰੇ ਦੇਸ਼ ਵਿੱਚ ਵੀ ਜਵਾਰ ਤੇ ਬਾਜਰੇ ਦਾ ਖੇਤਰਫਲ ਘਟਿਆ ਹੈ। ਜਵਾਰ 1960-61 ਵਿੱਚ 1 ਕਰੋੜ 84 ਲੱਖ ਹੈਕਟੇਅਰ ਜੋ ਜ਼ਮੀਨ ਸੀ ਉਸ ਤੇ ਪੈਦਾ ਹੁੰਦਾ ਸੀ, ਜੋ ਕਿ 1994-95 ਵਿੱਚ ਘਟ ਕੇ ਸਿਰਫ 1 ਕਰੋੜ ਤੇ 15 ਲੱਖ ਹੈਕਟੇਅਰ ਰਹਿ ਗਿਆ। ਮੱਕੀ ਦੀ ਬੱਚਿਓ ਹੁਣ ਅਸੀਂ ਗੱਲ ਕਰਦੇ ਹਾਂ ਜਵਾਰ ਅਤੇ ਬਾਜਰੇ ਤੋਂ ਬਾਅਦ। ਮੱਕੀ ਅਸਲ ਵਿੱਚ ਅਮਰੀਕਾ ਤੋਂ ਆਈ ਹੋਈ ਫਸਲ ਹੈ। ਭਾਰਤ ਵਿੱਚ 1994-95 ਵਿੱਚ 61 ਲੱਖ ਹੈਕਟੇਅਰ ਜ਼ਮੀਨ ਤੇ ਮੱਕੀ ਬੀਜੀ ਗਈ, ਜਦੋਂ ਕਿ 1960-61 ਵਿੱਚ ਇਹ ਫਸਲ ਕੇਵਲ 44 ਲੱਖ ਹੈਕਟੇਅਰ ਜ਼ਮੀਨ ਤੇ ਬੀਜੀ ਗਈ ਸੀ। ਇਸ ਦੇ ਖੇਤਰਫਲ ਵਿੱਚ ਪਿਛਲੇ 34 ਸਾਲਾਂ ਵਿੱਚ ਵਾਧਾ ਹੋਇਆ ਹੈ, ਪਰ ਇਹ ਕੇਵਲ ਕੁਝ ਖੇਤਰਾਂ ਤੱਕ ਹੀ ਸੀਮਤ ਹੈ। ਹੁਣ ਤੁਸੀਂ ਜੇ ਮੱਕੀ ਦੀ ਫਸਲ ਬਾਰੇ ਦੇਖਣਾ ਹੋਵੇ ਤਾਂ ਵਿਦਿਆਰਥੀਓ ਤੁਸੀਂ ਮੱਕੀ ਦੀ ਫਸਲ ਨੂੰ ਵੀ ਲਾਈਵ ਤਰੀਕੇ ਨਾਲ ਦੇਖ ਸਕਦੇ ਹੋ। ਚਲੋ ਬੱਚਿਓ ਆ ਲਓ ਦੇਖੋ, ਇਹ ਹੈ ਬੱਚਿਓ ਮੱਕੀ ਦੀ ਫਸਲ। ਇਸ ਨੂੰ ਪਿੰਡਾਂ ਵਿੱਚ ਛੱਲੀਆਂ ਵੀ ਕਿਹਾ ਜਾਂਦਾ ਹੈ। ਇਹ ਜੋ ਪੌਦੇ ਦੇ ਨਾਲ ਤੁਹਾਨੂੰ ਲੱਗਾ ਦਿਖ ਰਿਹਾ ਹੈ, ਇਹਨਾਂ ਨੂੰ ਅਸੀਂ ਪਿੰਡਾਂ ਵਿੱਚ ਛੱਲੀਆਂ ਵੀ ਆਖਦੇ ਹਾਂ। ਸੋ ਮੈਂ ਇਹਨਾਂ ਵਿੱਚੋਂ ਇੱਕ ਛੱਲੀ ਨੂੰ ਤੁਹਾਨੂੰ ਫੜ ਕੇ ਦਿਖਾਉਣ ਜਾ ਰਿਹਾ ਹਾਂ। ਲਓ ਬੱਚਿਓ, ਇਹ ਹੈ ਛੱਲੀ। ਚਲੋ ਬੱਚਿਓ ਅੱਗੇ ਚੱਲਦੇ ਹਾਂ। ਹੁਣ ਜਦੋਂ ਅਸੀਂ ਦੇਖਦੇ ਹਾਂ ਅਤੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡਾ ਅਗਾਂਹਵਧੂ ਰਾਜ ਹੈ। ਇਸ ਦੇ ਖੇਤਰਫਲ ਵਿੱਚ ਵੀ ਮੱਕੀ ਦੇ ਉਤਪਾਦਨ ਵਿੱਚ ਬਹੁਤ ਗਿਰਾਵਟ ਆਈ ਹੈ। 1960-61 ਵਿੱਚ ਪੰਜਾਬ ਵਿੱਚ 3,27,000 ਹੈਕਟੇਅਰ ਜ਼ਮੀਨ ਤੇ ਮੱਕੀ ਬੀਜੀ ਗਈ ਸੀ, ਜੋ ਕਿ 1994-95 ਵਿੱਚ ਘਟ ਕੇ 1,73,000 ਹੈਕਟੇਅਰ ਤੱਕ ਹੀ ਰਹਿ ਗਈ। ਕਹਿਣ ਦਾ ਭਾਵ ਬੱਚੋ ਲਗਭਗ 3 ਗੁਣਾ ਜੋ ਹੈ ਇਸ ਦੇ ਖੇਤਰਫਲ ਵਿੱਚ ਕਮੀ ਆਈ ਹੈ। ਪੰਜਾਬ ਵਿੱਚ ਘੱਟ ਖੇਤਰਫਲ ਬੀਜੇ ਜਾਣ ਦਾ ਕਾਰਨ ਹੀ ਕੁੱਲ ਉਤਪਾਦਨ ਵਿੱਚ ਗਿਰਾਵਟ ਆਈ ਹੈ। ਸੋ ਬੱਚਿਓ ਜਦੋਂ ਖੇਤਰਫਲ ਘਟ ਗਿਆ ਤਾਂ ਉਤਪਾਦਨ ਵਿੱਚ ਗਿਰਾਵਟ ਆਉਣੀ ਸੁਭਾਵਿਕ ਹੀ ਹੈ। ਪਰ ਉਤਪਾਦਨ ਵਿੱਚ ਗਿਰਾਵਟ ਬਹੁਤ ਹੌਲੀ ਰਫ਼ਤਾਰ ਨਾਲ ਆਈ ਹੈ। ਸੋ ਬੱਚਿਓ ਇਸ ਦਾ ਮੁੱਖ ਕਾਰਨ ਕੀ ਹੈ? ਇਸ ਦਾ ਮੁੱਖ ਕਾਰਨ ਹੈ ਪ੍ਰਤੀ ਹੈਕਟੇਅਰ ਝਾੜ ਦੇ ਵਿੱਚ ਵਾਧਾ ਹੋਣ ਕਰਕੇ। ਅਸੀਂ ਕੀ ਦੇਖਦੇ ਹਾਂ ਕਿ ਪੰਜਾਬ ਵਿੱਚ ਮੱਕੀ ਪ੍ਰਤੀ ਹੈਕਟੇਅਰ ਉਤਪਾਦਨ 1960-61 ਵਿੱਚ ਸਿਰਫ 11.3 ਕੁਇੰਟਲ ਸੀ, ਜੋ ਕਿ 1994-95 ਵਿੱਚ ਵੱਧ ਕੇ 18.6 ਕੁਇੰਟਲ ਪ੍ਰਤੀ ਹੈਕਟੇਅਰ ਹੋ ਗਿਆ। ਸੋ ਬੱਚਿਓ 11.3 ਤੋਂ 18.6 ਕੁਇੰਟਲ ਪ੍ਰਤੀ ਹੈਕਟੇਅਰ ਹੋ ਗਿਆ। ਸੋ ਇਸ ਤਰ੍ਹਾਂ ਅਸੀਂ ਕੀ ਦੇਖਦੇ ਹਾਂ ਕਿ ਝਾੜ ਤਾਂ ਵੱਧ ਰਿਹਾ ਹੈ, ਪਰ ਕਿਉਂਕਿ ਖੇਤਰਫਲ ਅਸੀਂ ਘਟਾ ਦਿੱਤਾ ਹੈ, ਅਸੀਂ ਮੱਕੀ ਘੱਟ ਬੀਜਦੇ ਹਾਂ। ਸੋ ਇਸ ਕਾਰਨ ਅਸੀਂ ਕੀ ਦੇਖਦੇ ਹਾਂ ਕਿ ਇਸ ਦੇ ਉਤਪਾਦਨ ਵਿੱਚ ਗਿਰਾਵਟ ਆ ਰਹੀ ਹੈ। ਹੁਣ ਬੱਚਿਓ ਜਦੋਂ ਅਸੀਂ ਪੂਰੇ ਭਾਰਤ ਦੀ ਗੱਲ ਕਰਦੇ ਹਾਂ ਤਾਂ ਇੱਥੇ ਅਸੀਂ ਕੀ ਦੇਖਦੇ ਹਾਂ ਕਿ ਪੂਰੇ ਭਾਰਤ ਵਿੱਚ ਵੀ ਮੱਕੀ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਇसी ਸਮੇਂ ਦੌਰਾਨ ਵੱਧ ਕੇ 15.7 ਕੁਇੰਟਲ ਹੋ ਗਈ ਹੈ। ਇਸੇ ਤਰ੍ਹਾਂ ਭਾਵੇਂ ਮੱਕੀ ਦੇ ਪ੍ਰਤੀ ਹੈਕਟੇਅਰ ਝਾੜ ਵਿੱਚ ਕਾਫੀ ਵਾਧਾ ਹੋਇਆ ਹੈ, ਪਰ ਇਹ ਵਾਧਾ ਕਣਕ ਅਤੇ ਚਾਵਲ ਦੇ ਮੁਕਾਬਲੇ ਬਹੁਤ ਘੱਟ ਹੈ। ਦੂਸਰੇ ਅਸੀਂ ਕੀ ਦੇਖਦੇ ਹਾਂ ਕਿ ਮੱਕੀ ਦੇ ਪ੍ਰਤੀ ਹੈਕਟੇਅਰ ਵਿੱਚ ਝਾੜ ਵਿੱਚ ਵਾਧਾ ਪੰਜਾਬ ਨੂੰ ਛੱਡ ਕੇ ਦੇਸ਼ ਦੇ ਹੋਰ ਭਾਗਾਂ ਵਿੱਚ ਕਾਫੀ ਜ਼ਿਆਦਾ ਹੋਇਆ ਹੈ, ਪਰੰਤੂ ਕਣਕ ਅਤੇ ਚਾਵਲ ਦੇ ਝਾੜ ਦੇ ਸੰਬੰਧ ਵਿੱਚ ਇਹ ਸਥਿਤੀ ਉਲਟ ਜਾਂਦੀ ਹੈ। ਇਹਨਾਂ ਦੋਵੇਂ ਫਸਲਾਂ ਦਾ ਪ੍ਰਤੀ ਹੈਕਟੇਅਰ ਝਾੜ ਪੰਜਾਬ ਵਿੱਚ ਦੇਸ਼ ਦੇ ਹੋਰ ਭਾਗਾਂ ਤੋਂ ਕਾਫੀ ਵੱਧ ਹੈ। ਲਓ ਬੱਚਿਓ, ਹੁਣ ਅਸੀਂ ਬਾਜਰਾ ਅਤੇ ਮੱਕੀ ਨੂੰ ਭਾਰਤ ਦੇ ਨਕਸ਼ੇ ਵਿੱਚ ਭਰ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਬੱਚਿਓ ਨਾਲੇ ਤਾਂ ਅਸੀਂ ਖੇਡਾਂਗੇ ਤੇ ਨਾਲੇ ਅਸੀਂ ਪੜਾਂਗੇ। ਚਲੋ ਬੱਚਿਓ ਸ਼ੁਰੂ ਕਰਦੇ ਹਾਂ।
ਲਓ ਸਭ ਤੋਂ ਪਹਿਲਾਂ ਅਸੀਂ ਭਾਰਤ ਦੇ ਨਕਸ਼ੇ ਵਿੱਚ ਬਾਜਰੇ, ਜਿੱਥੇ ਬਾਜਰੇ ਦੀ ਪ੍ਰੋਡਕਸ਼ਨ ਹੁੰਦੀ ਹੈ, ਬਾਜਰਾ ਉਗਾਇਆ ਜਾਂਦਾ ਹੈ, ਉਹਨਾਂ ਰਾਜਾਂ ਨੂੰ ਦੇਖਦੇ ਹਾਂ। ਲਓ ਬੱਚਿਓ, ਸਭ ਤੋਂ ਪਹਿਲਾਂ ਅਸੀਂ ਰਾਜਸਥਾਨ ਦੇ ਵਿੱਚ ਪੀੜਾ ਰੰਗ ਕਰਨ ਤੋਂ ਬਾਅਦ ਗੁਜਰਾਤ, ਉਸ ਤੋਂ ਬਾਅਦ ਬੱਚਿਓ ਮੱਧ ਪ੍ਰਦੇਸ਼, ਉਸ ਤੋਂ ਬਾਅਦ ਬੱਚਿਓ ਮਹਾਰਾਸ਼ਟਰ, ਅਤੇ ਮਹਾਰਾਸ਼ਟਰ ਤੋਂ ਅੱਗੇ ਕਰਨਾਟਕਾ ਅਤੇ ਉੱਤਰ ਪ੍ਰਦੇਸ਼ ਦਾ ਕੁਝ ਹਿੱਸਾ। ਅਤੇ ਬੱਚਿਓ ਲਓ ਹੁਣ ਅਸੀਂ ਬਾਜਰਾ ਉਗਾ ਰਹੇ ਹਾਂ, ਤੁਸੀਂ ਦੇਖ ਲਓ, ਨਾਲੇ ਖੇਡ ਲਓ, ਨਾਲੇ ਪੜ੍ਹ ਲਓ। ਸੋ ਇਹ ਜੋ ਰਾਜ ਹਨ ਜਿੱਥੇ ਸਾਨੂੰ ਇਹ ਦਿਖ ਰਿਹਾ ਹੈ ਬੱਚਿਓ, ਇਹ ਰਾਜ ਬਾਜਰਾ ਉਤਪਾਦਕ ਰਾਜ ਹਨ। ਸੋ ਇੱਕ ਵਾਰ ਫਿਰ ਤੁਸੀਂ ਇਹਨੂੰ ਦੇਖ ਲਓ। ਲਓ ਬੱਚਿਓ, ਸੋ ਇਸ ਤੋਂ ਬਾਅਦ ਬੱਚਿਓ ਹੁਣ ਅਸੀਂ ਇਹਦੇ ਨਾਲ ਵਾਲੇ ਨਕਸ਼ੇ ਵਿੱਚ ਮੱਕੀ ਨੂੰ ਪੈਦਾ ਕਰਨ ਵਾਲੇ ਰਾਜਾਂ ਨੂੰ ਦੇਖਦੇ ਹਾਂ। ਸੋ ਚਲੋ ਸ਼ੁਰੂ ਕਰਦੇ ਹਾਂ ਇੱਥੇ ਵੀ। ਲਓ ਬੱਚਿਓ, ਸਭ ਤੋਂ ਪਹਿਲਾਂ ਅਸੀਂ ਕਰਨਾਟਕ ਤੋਂ ਸ਼ੁਰੂ ਹੋਏ ਹਾਂ, ਉਸ ਤੋਂ ਬਾਅਦ ਬੱਚਿਓ ਮਹਾਰਾਸ਼ਟਰਾ, ਅਤੇ ਇਧਰਲੇ ਪਾਸੇ ਆਂਧਰਾ ਪ੍ਰਦੇਸ਼, ਆਂਧਰਾ ਪ੍ਰਦੇਸ਼ ਦੇ ਨਾਲ ਤੇਲੰਗਾਨਾ ਅਤੇ ਮੱਧ ਪ੍ਰਦੇਸ਼, ਮੱਧ ਪ੍ਰਦੇਸ਼ ਤੋਂ ਬਾਅਦ ਬੱਚਿਓ ਰਾਜਸਥਾਨ, ਅਤੇ ਇਸ ਤੋਂ ਬਾਅਦ ਬੱਚਿਓ ਉੱਤਰ ਪ੍ਰਦੇਸ਼, ਉੱਤਰ ਪ੍ਰਦੇਸ਼ ਦੇ ਨਾਲ ਬਿਹਾਰ। ਸੋ ਬੱਚਿਓ ਇਹ ਉਹ ਰਾਜ ਹਨ ਜਿੱਥੇ ਮੱਕੀ ਕਾਫੀ ਮਾਤਰਾ ਵਿੱਚ ਪਾਈ ਜਾਂਦੀ ਹੈ। ਸੋ ਬੱਚਿਓ ਇੱਥੇ ਵੀ ਮੱਕੀ ਨੂੰ ਆਪਾਂ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲਓ ਬੱਚਿਓ, ਆ ਲਓ ਮੱਕੀ ਦੀਆਂ ਛੱਲੀਆਂ ਤੁਸੀਂ ਦੇਖ ਰਹੇ ਹੋ। ਸੋ ਇਹ ਇੱਕ ਕੋਸ਼ਿਸ਼ ਹੈ ਕਿ ਤੁਹਾਨੂੰ ਚੰਗਾ ਵੀ ਲੱਗੇਗਾ ਤੇ ਤੁਹਾਨੂੰ ਯਾਦ ਵੀ ਰਹੇਗਾ ਕਿ ਮੱਕੀ ਭਾਰਤ ਦੇ ਇਹਨਾਂ ਰਾਜਾਂ ਵਿੱਚ ਕਾਫੀ ਮਾਤਰਾ ਵਿੱਚ ਪਾਈ ਜਾਂਦੀ ਹੈ। ਲਓ ਬੱਚਿਓ, ਮੋਟੇ ਅਨਾਜਾਂ ਤੋਂ ਬਾਅਦ ਹੁਣ ਅਸੀਂ ਦਾਲਾਂ ਬਾਰੇ ਕੁਝ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ। ਵਿਦਿਆਰਥੀਓ, ਭਾਰਤ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਖਪਤਕਾਰ ਦੇਸ਼ ਹੈ। ਕਹਿਣ ਦਾ ਭਾਵ ਭਾਰਤ ਵਿੱਚ ਸਾਰੇ ਸੰਸਾਰ ਨਾਲੋਂ ਦਾਲਾਂ ਦਾ ਉਤਪਾਦਨ ਸਭ ਤੋਂ ਵੱਧ ਹੁੰਦਾ ਹੈ, ਪਰ ਇਸ ਦੇ ਨਾਲ-ਨਾਲ ਭਾਰਤ ਵਿੱਚ ਦਾਲਾਂ ਦੀ ਖਪਤ ਵੀ, ਦਾਲਾਂ ਦੀ ਵਰਤੋਂ ਵੀ ਸਾਰੇ ਸੰਸਾਰ ਨਾਲੋਂ ਜ਼ਿਆਦੀ ਹੈ, ਕਿਉਂਕਿ ਬੱਚਿਓ ਦਾਲਾਂ ਹੀ ਸਾਡੇ ਲਈ ਪ੍ਰੋਟੀਨ ਦਾ ਸਭ ਤੋਂ ਵਧੀਆ ਸੋਮਾ ਹਨ। ਅਤੇ ਸਾਡੇ ਦੇਸ਼ ਵਿੱਚ ਬਹੁਤ ਸਾਰੇ ਗਰੀਬ ਲੋਕ ਅਤੇ ਸ਼ਾਕਾਹਾਰੀ ਭੋਜਨ ਖਾਣ ਵਾਲੇ ਲੋਕ ਰਹਿੰਦੇ ਹਨ। ਸੋ ਇਸ ਕਰਕੇ ਜੋ ਦਾਲਾਂ ਹਨ ਉਹ ਮਾਸ ਦੇ ਮੁਕਾਬਲੇ ਸਸਤੀਆਂ ਹਨ ਅਤੇ ਸ਼ਾਕਾਹਾਰੀ ਭੋਜਨ ਖਾਣ ਵਾਲੇ ਲੋਕਾਂ ਨੂੰ ਪ੍ਰੋਟੀਨ ਪ੍ਰਦਾਨ ਕਰਨ ਦਾ ਦਾਲਾਂ ਮਹੱਤਵਪੂਰਨ ਸੋਮਾ ਹਨ। ਛੋਲੇ, ਅਰਹਰ, ਮੂੰਗੀ, ਮਾਂ, ਮਸਰ, ਇਹ ਦਾਲਾਂ ਮੁੱਖ ਦਾਲਾਂ ਮੰਨੀਆਂ ਜਾਂਦੀਆਂ ਹਨ। ਭਾਰੀ ਵਰਖਾ ਵਾਲੇ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਸਾਰੇ ਭਾਗਾਂ ਵਿੱਚ ਦਾਲਾਂ ਪੈਦਾ ਕੀਤੀਆਂ ਜਾਂਦੀਆਂ ਹਨ। ਨਾਲ ਹੀ ਮੂੰਗੀ, ਮਾਂ ਅਤੇ ਮਸਰ ਹਾੜੀ ਅਤੇ ਸੌਣੀ ਦੋਨਾਂ ਫਸਲਾਂ ਵਿੱਚ ਪੈਦਾ ਕੀਤੀਆਂ ਜਾਂਦੀਆਂ ਹਨ। ਦਾਲਾਂ ਵਾਲੀਆਂ ਸਾਰੀਆਂ ਫਸਲਾਂ ਮਿੱਟੀਆਂ ਦੇ ਉਪਜਾਊਪਨ ਨੂੰ ਵਧਾਉਣ ਵਿੱਚ ਵੀ ਸਹਾਇਤਾ ਕਰਦੀਆਂ ਹਨ। ਦਾਲਾਂ ਆਮ ਤੌਰ ਤੇ ਦੂਸਰੀਆਂ ਫਸਲਾਂ ਦੇ ਨਾਲ-ਨਾਲ ਵੀ ਪੈਦਾ ਕੀਤੀਆਂ ਜਾਂਦੀਆਂ ਹਨ। ਜਿਵੇਂ ਬੱਚਿਓ ਸ਼ਾਇਦ ਤੁਸੀਂ ਆਪਣੇ ਪਿੰਡਾਂ ਵਿੱਚ ਦੇਖਿਆ ਹੋਵੇਗਾ ਕਿ ਗੰਨੇ ਦੀ ਫਸਲ ਵਿੱਚ ਦਾਲ ਵੀ ਬੀਜ ਦਿੱਤੀ ਜਾਂਦੀ ਹੈ। ਅਤੇ ਬੱਚਿਓ ਉੱਤਰ ਪ੍ਰਦੇਸ਼ ਦੇ ਕਿਸਾਨ ਗੰਨੇ ਦੇ ਨਾਲ-ਨਾਲ ਮੂੰਗੀ, ਮਾਂ ਅਤੇ ਮਸਰ ਦੀਆਂ ਜਲਦੀ ਪੱਕਣ ਵਾਲੀਆਂ ਫਸਲਾਂ ਵੀ ਬੀਜਦੇ ਹਨ। ਦੇਸ਼ ਵਿੱਚ ਦਾਲਾਂ ਦੇ ਉਤਪਾਦਨ ਹੇਠ ਰਕਬੇ ਵਿੱਚ ਵਾਧਾ ਨਹੀਂ ਹੋਇਆ ਹੈ। ਇਸ ਦਾ ਮੁੱਖ ਕਾਰਨ ਦਾਲਾਂ ਵਾਲੇ ਖੇਤਰਫਲ ਨੂੰ ਹਰੀ ਕ੍ਰਾਂਤੀ ਦੇ ਬਾਅਦ ਜ਼ਿਆਦਾ ਉਤਪਾਦਨ ਦੇਣ ਵਾਲੀਆਂ ਕਣਕ ਅਤੇ ਚੌਲ ਦੀਆਂ ਫਸਲਾਂ ਵੱਲ ਬਦਲ ਦੇਣ ਤੋਂ ਹੈ। ਸੋ ਬੱਚਿਓ, ਜਿਵੇਂ ਅਸੀਂ ਜਵਾਰ ਅਤੇ ਬਾਜਰੇ ਤੇ ਮੱਕੀ ਦੀ ਗੱਲ ਕੀਤੀ ਸੀ, ਉਸੇ ਤਰ੍ਹਾਂ ਹੀ ਹਰੀ ਕ੍ਰਾਂਤੀ ਨੇ ਇਹਨਾਂ ਸਭ ਫਸਲਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਸਾਡੇ ਕਿਸਾਨ ਸਿਰਫ ਕਣਕ ਅਤੇ ਚਾਵਲ ਦੀਆਂ ਫਸਲਾਂ ਵੱਲ ਹੀ ਧਿਆਨ ਦੇ ਰਹੇ ਹਨ। ਦੇਸ਼ ਦੇ ਸਾਲ 1960-61 ਵਿੱਚ ਦਾਲਾਂ ਦਾ ਉਤਪਾਦਨ 2 ਕਰੋੜ 60 ਲੱਖ ਹੈਕਟੇਅਰ ਜ਼ਮੀਨ ਤੇ ਕੀਤਾ ਗਿਆ, ਜੋ ਕਿ 1994-95 ਵਿੱਚ ਘਟ ਕੇ 2 ਕਰੋੜ 30 ਲੱਖ ਹੈਕਟੇਅਰ ਰਹਿ ਗਿਆ।
ਕਹਿਣ ਦਾ ਭਾਵ ਇਸ ਵਿੱਚ 30 ਲੱਖ ਹੈਕਟੇਅਰ ਦੀ ਘਾਟ ਆਈ ਹੈ। ਇਸ ਵਿੱਚ ਸਭ ਤੋਂ ਮਾੜੀ ਗੱਲ ਇਹ ਹੈ ਕਿ ਪ੍ਰਤੀ ਵਿਅਕਤੀ ਦਾਲਾਂ ਦੀ ਖਪਤ ਲਗਭਗ ਅੱਧੀ ਰਹਿ ਗਈ ਹੈ। ਸਾਲ 1955 ਵਿੱਚ ਪ੍ਰਤੀ ਵਿਅਕਤੀ ਪ੍ਰਤੀ ਦਿਨ ਦਾਲਾਂ ਦੀ ਖਪਤ 71.1 ਗ੍ਰਾਮ ਸੀ, ਜੋ 1994 ਵਿੱਚ ਘਟ ਕੇ 37.2 ਗ੍ਰਾਮ ਰਹਿ ਗਈ। ਸਾਡੇ ਪੰਜਾਬ ਰਾਜ ਵਿੱਚ ਸਥਿਤੀ ਹੋਰ ਵੀ ਮਾੜੀ ਹੈ। ਇੱਥੇ ਕਣਕ ਅਤੇ ਚਾਵਲ ਦੇ ਫਸਲ ਚੱਕਰ ਨੇ ਹੋਰ ਸਾਰੀਆਂ ਫਸਲਾਂ ਦਾ ਸਫਾਇਆ ਹੀ ਕਰ ਦਿੱਤਾ ਹੈ। ਹਰਿਆਣਾ, ਪੰਜਾਬ ਅਤੇ ਪੰਜਾਬ ਹਰਿਆਣਾ ਦੇ ਨਾਲ ਲੱਗਦੇ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਜਿੱਥੇ ਝੋਨੇ ਦੀ ਖੇਤੀ ਚੰਗੀ ਤਰ੍ਹਾਂ ਨਾਲ ਹੋਣ ਲੱਗ ਪਈ ਹੈ, ਸਿੰਜਾਈ ਦੀਆਂ ਸਹੂਲਤਾਂ ਦੇ ਜ਼ੋਰ ਤੇ ਹੀ ਝੋਨਾ ਪੈਦਾ ਕੀਤਾ ਜਾਂਦਾ ਹੈ, ਇੱਥੇ ਦਾਲਾਂ ਦੀ ਪ੍ਰਤੀ ਵਿਅਕਤੀ ਵਰਤੋਂ ਵਿੱਚ ਵੀ ਭਾਰੀ ਗਿਰਾਵਟ ਆਈ ਹੈ। ਹੁਣ ਬੱਚਿਓ, ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ 1960-61 ਵਿੱਚ ਪੰਜਾਬ ਵਿੱਚ ਪ੍ਰਤੀ ਵਿਅਕਤੀ ਦਾਲਾਂ ਦੀ ਵਰਤੋਂ 175 ਗ੍ਰਾਮ ਪ੍ਰਤੀ ਦਿਨ ਤੋਂ ਘਟ ਕੇ ਕੀ ਦੇਖਦੇ ਹਾਂ 1997-98 ਵਿੱਚ ਸਿਰਫ 10 ਗ੍ਰਾਮ ਪ੍ਰਤੀ ਦਿਨ ਰਹਿ ਗਈ ਹੈ। ਸੋ ਬੱਚਿਓ, ਤੁਸੀਂ ਆਪ ਦੇਖ ਲਓ ਕਿ 175 ਗ੍ਰਾਮ ਦਾਲ ਅਸੀਂ ਰੋਜ਼ ਇਸਤੇਮਾਲ ਕਰਦੇ ਸਨ, ਜੋ ਕਿ ਸਿਰਫ 10 ਗ੍ਰਾਮ ਹੀ ਰਹਿ ਗਈ ਹੈ। ਦਾਲਾਂ ਦੀ ਪ੍ਰਤੀ ਵਿਅਕਤੀ ਵਰਤੋਂ ਵਿੱਚ ਪੰਜਾਬ ਅਤੇ ਦੇਸ਼ ਦੇ ਹੋਰ ਭਾਗਾਂ ਵਿੱਚ ਆਈ ਇੰਨੀ ਗਿਰਾਵਟ ਇੱਕ ਬਹੁਤ ਹੀ ਚਿੰਤਾ ਵਾਲੀ ਗੱਲ ਹੈ, ਕਿਉਂਕਿ ਬੱਚਿਓ, ਦਾਲਾਂ ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ, ਪ੍ਰੋਟੀਨ ਦਾ ਬਹੁਤ ਹੀ ਵਧੀਆ ਅਤੇ ਸਸਤਾ ਸਾਧਨ ਹਨ। ਭਾਵੇਂ ਹਰੀ ਕ੍ਰਾਂਤੀ ਦੀ ਲਹਿਰ ਨੇ ਦੇਸ਼ ਵਿੱਚ ਕਣਕ ਅਤੇ ਚੌਲ ਦੇ ਉਤਪਾਦਨ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆ ਦਿੱਤਾ ਹੈ, ਪਰ ਇਸ ਨੇ ਦਾਲਾਂ ਹੇਠਲਾ ਬਹੁਤ ਵੱਡਾ ਖੇਤਰ ਕਾਫੀ ਮਾਤਰਾ ਵਿੱਚ ਕਣਕ ਅਤੇ ਚੌਲਾਂ ਜਿਹੀਆਂ ਵੱਧ ਉਤਪਾਦਨ ਦੇਣ ਵਾਲੀਆਂ ਫਸਲਾਂ ਵੱਲ ਨੂੰ ਮੋੜ ਦਿੱਤਾ ਹੈ। ਅਜਿਹਾ ਵਿਸ਼ੇਸ਼ ਤੌਰ ਤੇ ਪੰਜਾਬ ਜਿਹੇ ਵਪਾਰਕ ਖੇਤੀ ਪ੍ਰਧਾਨ ਰਾਜਾਂ ਵਿੱਚ ਵੱਡੇ ਪੱਧਰ ਤੇ ਹੋਇਆ ਹੈ। ਦਾਲਾਂ ਦੇ ਉਤਪਾਦਨ ਨੂੰ ਵਧਾਉਣ ਦੇ ਵੱਲ ਸਾਡੀ ਸਰਕਾਰ ਨੇ ਪਿਛਲੇ ਸਾਲਾਂ ਦੌਰਾਨ ਕੁਝ ਧਿਆਨ ਜ਼ਰੂਰ ਦਿੱਤਾ ਹੈ, ਪਰੰਤੂ ਜ਼ਿਆਦਾ ਉਤਪਾਦਨ ਕਰਨ ਵਾਲੇ ਨਵੇਂ ਬੀਜਾਂ ਦੀ ਖੋਜ ਕਰਨ ਵਿੱਚ ਭਾਰੀ ਕਦਮ ਉਠਾਉਣ ਦੀ ਸਖਤ ਲੋੜ ਹੈ। ਪਿਛਲੇ ਸਾਲਾਂ ਵਿੱਚ ਹਾੜੀ ਦੀ ਫਸਲ ਵਿੱਚ ਜਲਦੀ ਪੱਕਣ ਵਾਲੀਆਂ ਮੂੰਗ, ਮਾਂ ਅਤੇ ਮੋਠ ਦੀਆਂ ਫਸਲਾਂ ਵਿੱਚ ਵਾਧਾ ਹੋਇਆ ਹੈ। ਲੋ ਬੱਚਿਓ, ਹੁਣ ਅਸੀਂ ਦੇਸ਼ ਦੀ ਖੁਰਾਕ ਸਮੱਗਰੀ ਦਾ ਲੇਖਾ ਜੋਖਾ ਕਰਦੇ ਹਾਂ। ਅਸੀਂ ਫੂਡ ਬਜਟ ਆਫ ਇੰਡੀਆ ਦੇ ਬਾਰੇ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਵਿਦਿਆਰਥੀਓ, ਕਿਸੇ ਵੀ ਦੇਸ਼ ਵਿੱਚ ਖੁਰਾਕ ਅੰਨ ਪਦਾਰਥਾਂ ਦੀ ਜ਼ਰੂਰੀ ਮਾਤਰਾ ਦਾ ਨਿਰਧਾਰਨ ਜਨਸੰਖਿਆ ਦੇ ਆਕਾਰ ਅਤੇ ਉਸ ਦੇ ਜੀਵਨ ਪੱਧਰ ਦੇ ਦੁਆਰਾ ਹੀ ਹੁੰਦਾ ਹੈ। ਜਨਸੰਖਿਆ ਵਿੱਚ ਵਾਧਾ ਜੇਕਰ ਤੇਜ਼ੀ ਨਾਲ ਹੋ ਰਿਹਾ ਹੈ ਤਾਂ ਵਧੇਰੇ ਪਦਾਰਥਾਂ ਦੀ ਵੀ ਲੋੜ ਪੈਣੀ ਹੀ ਪੈਣੀ ਹੈ, ਪਰੰਤੂ ਜੀਵਨ ਪੱਧਰ ਉੱਚਾ ਹੋਣ ਤੇ ਮਨੁੱਖ ਦੀਆਂ ਭੋਜਨ ਦੀਆਂ ਆਦਤਾਂ ਵਿੱਚ ਵੀ ਤਬਦੀਲੀਆਂ ਆ ਜਾਂਦੀਆਂ ਹਨ। ਇਸ ਨਾਲ ਅਨਾਜਾਂ ਦਾ ਪ੍ਰਯੋਗ ਘਟਣ ਲੱਗਦਾ ਹੈ ਅਤੇ ਅੰਡੇ, ਦੁੱਧ, ਮਾਂਸ ਅਤੇ ਫਲ ਆਦਿ ਦੀ ਵਰਤੋਂ ਵਧਣ ਲੱਗਦੀ ਹੈ। ਨਾਲ ਹੀ ਪੇਂਡੂ ਲੋਕਾਂ ਦੇ ਭੋਜਨ ਵਿੱਚ ਅਨਾਜਾਂ ਦੀ ਮਾਤਰਾ ਸ਼ਹਿਰੀ ਲੋਕਾਂ ਦੀ ਤੁਲਨਾ ਵਿੱਚ ਵੱਧ ਹੁੰਦੀ ਹੈ। ਇਸ ਕਰਕੇ ਜੇਕਰ ਦੇਸ਼ ਵਿੱਚ ਸ਼ਹਿਰੀ ਜਨਸੰਖਿਆ ਦਾ ਅਨੁਪਾਤ ਵੱਧ ਹੈ ਤਾਂ ਖੁਰਾਕ ਅੰਨ ਦੀ ਖਪਤ ਦੂਸਰੀਆਂ ਵਸਤਾਂ ਦੇ ਮੁਕਾਬਲੇ ਘੱਟ ਹੁੰਦੀ ਹੈ। 2001 ਵਿੱਚ ਭਾਰਤ ਦੀ ਜਨਸੰਖਿਆ 102 ਕਰੋੜ 70 ਲੱਖ ਸੀ ਅਤੇ 21ਵੀਂ ਸਦੀ ਦੇ ਆਖਰੀ ਸਾਲਾਂ ਵਿੱਚ ਭਾਰਤ ਦੀ ਜਨਸੰਖਿਆ 160 ਤੋਂ ਲੈ ਕੇ 170 ਕਰੋੜ ਦੇ ਦਰਮਿਆਨ ਹੋਵੇਗੀ। ਇੰਨੀ ਵੱਡੀ ਜਨਸੰਖਿਆ ਦੇ ਲਈ ਸਾਨੂੰ ਲਗਭਗ
40 ਕਰੋੜ ਟਨ ਅੰਨ ਪਦਾਰਥਾਂ ਦੀ ਜ਼ਰੂਰਤ ਹੋਵੇਗੀ। ਅਜੋਕਾ ਉਤਪਾਦਨ ਲਗਭਗ 9 ਕਰੋੜ ਟਨ ਹੈ। ਸੋ ਬੱਚਿਓ ਅਸੀਂ ਕੀ ਦੇਖਦੇ ਹਾਂ, ਇਸ ਵਿੱਚ 31 ਕਰੋੜ ਟਨ ਦਾ ਫਰਕ ਹੈ। ਸੋ ਇਸ ਤਰ੍ਹਾਂ ਸਾਨੂੰ ਆਪਣਾ ਉਤਪਾਦਨ ਕਾਫੀ ਮਾਤਰਾ ਵਿੱਚ ਵਧਾਉਣ ਦੀ ਜ਼ਰੂਰਤ ਹੈ। ਇਸੇ ਦੌਰਾਨ ਸ਼ੁੱਧ ਕਾਸ਼ਤਯੋਗ ਖੇਤਰ ਦੇ ਵਧਣ ਦੀ ਗੁੰਜਾਇਸ਼ ਵੀ ਘੱਟ ਹੈ, ਜਦੋਂ ਕਿ ਅਸੀਂ ਖੇਤੀਬਾੜੀ ਤੋਂ ਬਗੈਰ ਕੰਮਾਂ ਲਈ ਵੀ ਜ਼ਮੀਨ ਦਾ ਪ੍ਰਯੋਗ ਲੋੜ ਤੋਂ ਵੱਧ ਕਰ ਰਹੇ ਹਾਂ। ਸਾਡੀਆਂ ਉਮੀਦਾਂ ਉਤਪਾਦਨ ਦੇ ਵਾਧੇ ਤੇ ਹੀ ਨਿਰਭਰ ਕਰ ਸਕਦੀਆਂ ਹਨ। ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਜੇਕਰ ਖੁਰਾਕ ਅੰਨ ਪਦਾਰਥਾਂ ਦੇ ਉਤਪਾਦਨ ਵਿੱਚ 3 ਜਾਂ 4% ਦੀ ਮਾਮੂਲੀ ਜਿਹੀ ਗਿਰਾਵਟ ਵੀ ਆ ਜਾਂਦੀ ਹੈ, ਤਾਂ ਵੀ ਸਾਨੂੰ ਭਾਰੀ ਮਾਤਰਾ ਵਿੱਚ ਖੁਰਾਕ ਪਦਾਰਥ ਆਯਾਤ ਕਰਨ ਲਈ ਮਜਬੂਰ ਹੋਣਾ ਪਵੇਗਾ। ਦੇਸ਼ ਦੀਆਂ ਖੇਤੀ ਦੀਆਂ ਕੁਝ ਗੰਭੀਰ ਸਮੱਸਿਆਵਾਂ ਹਨ, ਜਿਨ੍ਹਾਂ ਵੱਲ ਧਿਆਨ ਦੇਣਾ ਜ਼ਰੂਰੀ ਹੋਵੇਗਾ। ਜਿਵੇਂ ਬੱਚਿਓ ਅਸੀਂ ਦੇਖਿਆ ਸੀ ਕਿ ਪਿਛਲੇ ਕੁਝ ਸਮੇਂ ਵਿੱਚ ਭਾਰਤ ਵਿੱਚ ਦਾਲਾਂ ਦੀ ਕਮੀ ਆ ਗਈ ਸੀ, ਜਿਸ ਕਾਰਨ ਸਾਨੂੰ ਵਿਦੇਸ਼ਾਂ ਤੋਂ ਦਾਲਾਂ ਮੰਗਵਾਉਣੀਆਂ ਪਈਆਂ ਸਨ, ਅਤੇ ਪਿਆਜ਼ਾਂ ਵਿੱਚ ਵੀ ਇਸੇ ਤਰ੍ਹਾਂ ਸਾਨੂੰ ਹਰ ਸਾਲ ਦੂਸਰੇ ਦੇਸ਼ਾਂ ਤੋਂ ਪਿਆਜ਼ ਆਯਾਤ ਕਰਨੇ ਪੈਂਦੇ ਹਨ। ਹੁਣ ਅਸੀਂ ਸਮੱਸਿਆਵਾਂ ਦੀ ਗੱਲ ਕਰ ਰਹੇ ਹਾਂ। ਸੋ ਇਹ ਸਮੱਸਿਆਵਾਂ 3 ਹਨ। ਸਭ ਤੋਂ ਪਹਿਲੀ ਸਮੱਸਿਆ ਖੇਤੀ ਵਿੱਚ ਘਟਦਾ ਹੋਇਆ ਸਰਵਜਨਕ ਖੇਤਰ ਦਾ ਪੂੰਜੀ ਨਿਵੇਸ਼ ਹੈ ਅਤੇ ਵਰਤਮਾਨ ਖੇਤੀ ਦੇ ਮੂਲ ਢਾਂਚੇ ਦੀ ਸਮਰੱਥਾ ਦਾ ਘੱਟ ਪ੍ਰਯੋਗ ਹੈ। ਬੱਚਿਓ, ਦੂਸਰੀ ਸਮੱਸਿਆ ਹੈ ਉન્નਤ ਕਿਸਮ ਦੇ ਨਵੇਂ ਬੀਜਾਂ ਦੀਆਂ ਨਵੀਆਂ ਕਿਸਮਾਂ ਨੂੰ ਪੈਦਾ ਕਰਨਾ। ਸੋ ਸਾਡੇ ਦੇਸ਼ ਵਿੱਚ ਇਹ ਜੋ ਖੇਤਰ ਹੈ, ਇਸ ਦੀ ਤਰੱਕੀ ਵੀ ਲਗਭਗ ਨਾ ਦੇ ਬਰਾਬਰ ਹੀ ਹੈ। ਤੀਸਰੀ ਮੁੱਖ ਗੱਲ ਬੱਚਿਓ, ਖੇਤੀ ਖੇਤਰ ਵਿੱਚ ਬਹੁਤ ਹੀ ਹੌਲੀ ਵਾਧਾ ਦਰ ਅਤੇ ਖੇਤੀ ਫਸਲਾਂ ਦੀ ਡਿਵਰਸੀਫਿਕੇਸ਼ਨ ਨੂੰ ਲੈ ਕੇ ਹੈ। ਬੱਚਿਓ, ਖੇਤੀ ਫਸਲਾਂ ਦੀ ਡਿਵਰਸੀਫਿਕੇਸ਼ਨ ਦਾ ਅਰਥ ਇਹ ਹੈ ਕਿ ਅਸੀਂ ਲਗਾਤਾਰ ਕਣਕ ਝੋਨਾ ਹੀ ਬੀਜੀ ਜਾ ਰਹੇ ਹਾਂ, ਜਿਸ ਕਾਰਨ ਖੇਤੀ ਦੀ ਉਪਜਾਊ ਸ਼ਕਤੀ, ਧਰਤੀ ਦੀ ਉਪਜਾਊ ਸ਼ਕਤੀ ਦਾ ਨੁਕਸਾਨ ਹੋ ਰਿਹਾ ਹੈ। ਸੋ ਡਿਵਰਸੀਫਿਕੇਸ਼ਨ ਦਾ ਮਤਲਬ ਹੈ ਕਿ ਫਸਲਾਂ ਨੂੰ ਬਦਲ ਕੇ ਖੇਤਾਂ ਵਿੱਚ ਬੀਜਣਾ ਹੁੰਦਾ ਹੈ। ਸਾਨੂੰ ਉਦਯੋਗਿਕ ਖੇਤਰ ਦੀ ਤਰ੍ਹਾਂ ਹੀ ਖੇਤੀ ਖੇਤਰ ਵਿੱਚ ਵੀ ਸੁਧਾਰ ਦੇ ਕੰਮਾਂ ਨੂੰ ਵਧਾਉਣਾ ਹੋਵੇਗਾ, ਕਿਉਂਕਿ ਇਹਨਾਂ ਦੋਵੇਂ ਖੇਤਰਾਂ ਦੇ ਸੁਧਾਰ ਕੰਮਾਂ ਨੂੰ ਅਲੱਗ-ਅਲੱਗ ਨਹੀਂ ਰੱਖਿਆ ਜਾ ਸਕਦਾ। ਖੁਰਾਕ ਜਾਂ ਅੰਨ ਪਦਾਰਥਾਂ ਦੀ ਵਧਦੀ ਮੰਗ ਅਤੇ ਖੇਤੀ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਸਭ ਗੱਲਾਂ ਤੇ ਧਿਆਨ ਦੇਣਾ ਬਹੁਤ ਹੀ ਜ਼ਰੂਰੀ ਹੈ। ਸੋ ਬੱਚਿਓ, ਅੱਜ ਦੇ ਇਸ ਸੈਸ਼ਨ ਵਿੱਚ ਬਸ ਇੰਨਾ ਹੀ। ਬੱਚਿਓ, ਤੁਹਾਨੂੰ ਯਾਦ ਹੋਵੇਗਾ ਕਿ ਮੈਂ ਇਸ ਸੈਸ਼ਨ ਦੇ ਸ਼ੁਰੂ ਵਿੱਚ ਆਪ ਸਭ ਨੂੰ ਕਿਹਾ ਸੀ ਕਿ ਤੁਸੀਂ ਕੁਝ ਕੁਐਸਚਨ ਹਨ ਜਿਨ੍ਹਾਂ ਨੂੰ ਆਪਣੇ ਧਿਆਨ ਵਿੱਚ ਰੱਖਣਾ ਹੈ। ਸੋ ਹੁਣ ਅਸੀਂ ਉਹਨਾਂ ਕੁਐਸਚਨਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲਓ ਬੱਚਿਓ, ਸਾਡਾ ਅੱਜ ਦਾ ਪਹਿਲਾ ਕੁਐਸਚਨ ਸੀ ਕਿ ਭਾਰਤ ਵਿੱਚ ਜਵਾਰ ਅਤੇ ਬਾਜਰਾ ਕਿਸ ਤਰ੍ਹਾਂ ਦੇ ਖੇਤਰਾਂ ਵਿੱਚ ਬੀਜੇ ਜਾਂਦੇ ਹਨ। ਸੋ ਬੱਚਿਓ, ਇਸ ਦਾ ਠੀਕ ਆਨਸਰ ਹੈ ਕਿ ਜਵਾਰ ਅਤੇ ਬਾਜਰਾ ਅਕਸਰ ਭਾਰਤ ਦੇ ਖੁਸ਼ਕ ਭਾਗਾਂ ਵਿੱਚ ਪੈਦਾ ਕੀਤੇ ਜਾਂਦੇ ਹਨ। ਜਿੱਥੇ ਬਾਰਿਸ਼ ਘੱਟ ਹੁੰਦੀ ਹੈ, ਇਹਨਾਂ ਨੂੰ ਉੱਥੇ ਬੀਜਿਆ ਜਾਂਦਾ ਹੈ। ਇਸ ਤੋਂ ਬਾਅਦ ਬੱਚਿਓ, ਨੈਕਸਟ ਕੁਐਸਚਨ ਹੈ ਕਿ ਪੰਜਾਬ ਵਿੱਚ ਬਾਜਰੇ ਦੀ ਖੇਤੀ ਘਟਣ ਦਾ ਕੋਈ ਇੱਕ ਕਾਰਨ ਦੱਸੋ। ਸੋ ਬੱਚਿਓ, ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਤੋਂ ਬਾਅਦ ਆਪਣੇ ਖੇਤਾਂ ਵਿੱਚ ਵਪਾਰਕ ਫਸਲਾਂ ਜਿਵੇਂ ਕਣਕ ਅਤੇ ਚਾਵਲ ਨੂੰ ਬੀਜਣਾ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਅਸੀਂ ਜਾਣਦੇ ਹਾਂ ਕਿ ਕਣਕ ਅਤੇ ਝੋਨੇ ਤੋਂ ਬਹੁਤ ਜ਼ਿਆਦਾ ਲਾਭ ਹੁੰਦਾ ਹੈ, ਕਿਉਂਕਿ ਇਹਨਾਂ ਦੋਵਾਂ ਫਸਲਾਂ ਦਾ ਝਾੜ ਬਹੁਤ ਜ਼ਿਆਦਾ ਹੈ। ਸੋ ਬੱਚਿਓ, ਨੈਕਸਟ ਕੁਐਸਚਨ ਹੈ ਕਿ ਮੱਕੀ ਕਿਸ ਦੇਸ਼ ਦੀ ਫਸਲ ਹੈ। ਸੋ ਬੱਚਿਓ, ਜੇ ਤੁਸੀਂ ਮੈਨੂੰ ਧਿਆਨ ਨਾਲ ਸੁਣਿਆ ਹੋਵੇਗਾ ਤਾਂ
ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਮੱਕੀ ਅਸਲ ਵਿੱਚ ਅਮਰੀਕਾ ਦੀ ਫਸਲ ਹੈ। ਇਸ ਤੋਂ ਬਾਅਦ ਹੈ ਬੱਚਿਓ, ਦਾਲਾਂ ਹੀ ਜ਼ਿਆਦਾਤਰ ਲੋਕਾਂ ਦੇ ਲਈ ਡੈਸ਼ ਦਾ ਮੁੱਖ ਸੋਮਾ ਹਨ। ਸੋ ਦਾਲਾਂ ਆਮ ਤੌਰ ਤੇ ਆਮ ਜਨਤਾ ਲਈ ਪ੍ਰੋਟੀਨ ਦਾ ਸਭ ਤੋਂ ਵਧੀਆ ਸੋਮਾ ਹਨ। ਨੈਕਸਟ ਕੁਐਸਚਨ ਹੈ ਬੱਚਿਓ, ਮੋਟੇ ਅਨਾਜਾਂ ਵਿੱਚ ਕਿਹੜੀਆਂ ਫਸਲਾਂ ਸ਼ਾਮਲ ਹੁੰਦੀਆਂ ਹਨ? ਸੋ ਅੱਜ ਦੇ ਸੈਸ਼ਨ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਮੋਟੇ ਅਨਾਜਾਂ ਵਿੱਚ ਜਵਾਰ, ਬਾਜਰਾ, ਗੁਆਰਾ, ਮੱਕੀ, ਇਹ ਜਿਹੜੀਆਂ ਫਸਲਾਂ ਹਨ ਇਹਨਾਂ ਨੂੰ ਅਸੀਂ ਮੋਟੇ ਅਨਾਜਾਂ ਵਿੱਚ ਸ਼ਾਮਲ ਕਰਦੇ ਹਾਂ। ਇਸ ਤੋਂ ਬਾਅਦ ਬੱਚਿਓ ਕੁਝ ਵਾਕ ਹੁਣ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਨੂੰ ਅਸੀਂ ਦੇਖਾਂਗੇ ਕਿ ਇਹ ਠੀਕ ਹਨ ਜਾਂ ਗਲਤ ਹਨ। ਸੋ ਪਹਿਲਾ ਵਾਕ ਹੈ, ਭਾਰਤ ਵਿੱਚ ਮੱਕੀ ਹੇਠ ਰਕਬਾ ਆਜ਼ਾਦੀ ਤੋਂ ਬਾਅਦ ਵਧਿਆ ਹੈ। ਸੋ ਬੱਚਿਓ ਅਸੀਂ ਇਹ ਪੜ੍ਹ ਚੁੱਕੇ ਹਾਂ ਕਿ ਇਹ ਬਿਲਕੁਲ ਗਲਤ ਹੈ। ਅਸੀਂ ਮੱਕੀ ਹੇਠ ਰਕਬਾ ਲਗਾਤਾਰ ਘਟਾ ਰਹੇ ਹਾਂ ਅਤੇ ਕਣਕ ਅਤੇ ਚਾਵਲ ਹੇਠ ਰਕਬਾ ਲਗਾਤਾਰ ਵਧਾ ਰਹੇ ਹਾਂ। ਸੋ ਸਾਡਾ ਦੂਸਰਾ ਵਾਕ ਹੈ ਕਿ ਜੀਵਨ ਪੱਧਰ ਉੱਚਾ ਹੋਣ ਤੇ ਮਨੁੱਖ ਦੀਆਂ ਭੋਜਨ ਦੀਆਂ ਆਦਤਾਂ ਵਿੱਚ ਤਬਦੀਲੀ ਆ ਜਾਂਦੀ ਹੈ। ਸੋ ਬੱਚਿਓ ਇਹ ਵਾਕ ਬਿਲਕੁਲ ਠੀਕ ਹੈ। ਸਾਡੇ ਨਾਲ ਅਕਸਰ ਹੀ ਇਸ ਤਰ੍ਹਾਂ ਹੁੰਦਾ ਹੈ ਕਿ ਜਿਸ ਵੀ ਮਨੁੱਖ ਕੋਲ ਜ਼ਿਆਦਾ ਪੈਸੇ ਹੁੰਦੇ ਹਨ ਉਸ ਦੀਆਂ ਖਾਣ ਪੀਣ ਦੀਆਂ ਆਦਤਾਂ ਬਦਲ ਜਾਂਦੀਆਂ ਹਨ। ਉਹ ਸਾਦਾ ਭੋਜਨ ਖਾਣ ਦੀ ਬਜਾਏ ਫਾਸਟ ਫੂਡ ਵੱਲ ਚਲਾ ਜਾਂਦਾ ਹੈ। ਚਲੋ ਬੱਚਿਓ ਨੈਕਸਟ ਸੈਂਟੈਂਸ ਦੇਖਦੇ ਹਾਂ। ਦਾਲਾਂ ਪ੍ਰੋਟੀਨ ਪ੍ਰਾਪਤ ਕਰਨ ਦਾ ਮਹੱਤਵਪੂਰਨ ਸੋਮਾ ਵੀ ਹਨ। ਬੱਚਿਓ ਇਹ ਸੈਂਟੈਂਸ ਬਿਲਕੁਲ ਠੀਕ ਹੈ ਕਿ ਦਾਲਾਂ ਤੋਂ ਸਾਨੂੰ ਪ੍ਰੋਟੀਨ ਪ੍ਰਾਪਤ ਹੁੰਦਾ ਹੈ। ਇਸ ਤੋਂ ਬਾਅਦ ਬੱਚਿਓ ਪੰਜਾਬ ਦੇ ਕਿਸਾਨਾਂ ਨੇ ਕਣਕ ਅਤੇ ਚਾਵਲ ਦੇ ਨਾਲ-ਨਾਲ ਦਾਲਾਂ ਦੀ ਖੇਤੀ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਹੋਇਆ ਹੈ। ਸੋ ਬੱਚਿਓ ਤੁਸੀਂ ਸਮਝ ਗਏ ਹੋਵੋਗੇ ਇਹ ਆਨਸਰ ਗਲਤ ਹੈ। ਇਸ ਤਰ੍ਹਾਂ ਬਿਲਕੁਲ ਹੀ ਨਹੀਂ ਹੋ ਰਿਹਾ। ਇਸ ਤੋਂ ਬਾਅਦ ਬੱਚਿਓ ਅੱਜ ਦਾ ਲਾਸਟ ਕੁਐਸਚਨ ਹੈ ਕਿ ਭਾਰਤ ਵਿੱਚ ਮੱਕੀ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਇਸ ਸਮੇਂ 15.7 ਕੁਇੰਟਲ ਹੋ ਗਈ ਹੈ। ਸੋ ਬੱਚਿਓ ਇਹ ਆਨਸਰ ਬਿਲਕੁਲ ਠੀਕ ਹੈ। ਸੋ ਅੱਜ ਦੇ ਸੈਸ਼ਨ ਵਿੱਚ ਬਸ ਬੱਚਿਓ ਇੰਨਾ ਹੀ ਅਤੇ ਮੈਂ ਅਖੀਰ ਵਿੱਚ ਆਪ ਸਭ ਦਾ ਧੰਨਵਾਦੀ ਹਾਂ। ਮੈਂ ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਉਚੇਚੇ ਤੌਰ ਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਸੇਵਾ ਲਈ ਚੁਣਿਆ ਹੈ। ਸੋ ਬੱਚਿਓ ਇੱਕ ਵਾਰੀ ਫਿਰ ਆਪ ਸਭ ਦਾ ਬਹੁਤ ਬਹੁਤ ਧੰਨਵਾਦ।